ਇੱਕ ਤਾਂ ਦਿੱਲੀ ਅਸੀਂ ਸੰਘਰਸ਼ ਲੜ ਰਹੇ ਹਾਂ ਕਿਸਾਨ, ਇੱਕ ਪਰਮਾਤਮਾ ਨੇ ਬਹੁਤ ਕਰੋਪੀ ਦਿਖਾਤੀ। ਪਰਮਾਤਮਾ ਵੀ ਉੱਪਰ ਤੰਗ ਕਰਦਾ ਤੇ ਸਰਕਾਰ ਤੰਗ ਕਰੀ ਜਾਂਦੀ। ਉਹ ਤੋਂ ਜੱਟ ਸੰਘਰਸ਼ ਤੇ ਬੈਠੇ ਨੇ, ਇੱਧਰੋਂ ਪਰਮਾਤਮਾ ਨੇ ਸਾਰੀ ਕਣਕ ਵਿਛਾਤੀ। ਕੋਈ ਜੱਟ ਦਾ ਹੱਲ ਨਹੀਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਗੱਲਬਾਤ ਕਰਾਂਗੇ ਬਦਲਦੇ ਮੌਸਮ ਦੇ ਬਾਰੇ। ਮੌਸਮ ਇੱਕੋਦਮ ਬਦਲ ਗਿਆ, ਜਿਸ ਦੇ ਕਾਰਨ ਕਿਸਾਨਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਦੇ ਵਿੱਚ ਵਾਧਾ ਜ਼ਰੂਰ ਹੋ ਗਿਆ। ਉੱਥੇ ਮੌਸਮ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ, ਅਪਡੇਟ ਦੇ ਦਿੰਦੇ ਆ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਜਿਹੜਾ ਮੌਸਮ ਦਾ ਮਿਜਾਜ਼ ਹੈ ਉਹ ਬਦਲਿਆ ਹੋਇਆ ਹੈ। ਹਿਮਾਚਲ ਦੇ ਜਿਹੜੇ ਹੇਠਲੇ ਇਲਾਕੇ ਨੇ ਉੱਥੇ ਬਾਰਿਸ਼ ਹੋ ਰਹੀ ਹੈ ਤੇ ਉੱਪਰਲੇ ਇਲਾਕਿਆਂ ਦੇ ਵਿੱਚ ਜਿਹੜੀ ਉਹ ਬਰਫ਼ਬਾਰੀ ਹੋ ਰਹੀ ਹੈ। ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀ ਜਾਵੇ ਤਾਂ ਉੱਥੇ ਗੜੇਮਾਰੀ ਹੋਈ ਹੈ, ਤੇ ਜੇਕਰ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਕੱਲ ਤੋਂ ਹੀ ਜਿਹੜੀ ਹੈ ਬੂੰਦਾਬਾਂਦੀ ਹੋ ਰਹੀ ਹੈ ਤੇ ਅੱਜ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਵੀ ਡਿੱਗ ਗਈ ਹੈ। ਕਿਸਾਨਾਂ ਦੀ ਫਸਲ ਖੇਤਾਂ ਦੇ ਵਿੱਚ ਵਿਛ ਗਈ ਹੈ, ਜਿਸ ਦੇ ਕਾਰਨ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਦੇ ਵਿੱਚ ਕਾਫੀ ਵਾਧਾ ਹੋ ਗਿਆ ਹੈ। ਉੱਥੇ ਜੇਕਰ ਨਾਭਾ ਦੀ ਗੱਲ ਕਰੀ ਜਾਵੇ ਤਾਂ ਨਾਭਾ ਵਿਖੇ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਤੇ ਹਨੇਰੀ ਨੇ ਕਣਕ ਦੀ ਫਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ ਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਉਹ ਕਿਵੇਂ ਵੱਢਣਗੇ, ਕਿਉਂਕਿ ਜੋ ਕਣਕ ਧਰਤੀ ਤੇ ਡਿੱਗ ਗਈ ਹੈ ਉਹ ਬਿਲਕੁਲ ਖਰਾਬ ਹੋ ਜਾਵੇਗੀ। ਉੱਥੇ ਇਸ ਬਾਰੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਕ ਪਾਸੇ ਅਸੀਂ ਦਿੱਲੀ ਧਰਨਾ ਲਗਾਈ ਬੈਠੇ ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ, ਤੇ ਦੂਸਰੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ-ਨਹਿਸ ਹੋ ਗਈ ਹੈ, ਕਿਉਂਕਿ ਤੇਜ਼ ਹਨੇਰੀ ਦੇ ਨਾਲ ਜਿਹੜੀ ਕਣਕ ਧਰਤੀ ਤੇ ਡਿੱਗ ਪਈ ਹੈ ਇਹ ਬਿਲਕੁਲ ਖਰਾਬ ਹੋ ਜਾਵੇਗੀ, ਕਿਉਂਕਿ ਇਸ ਤੇ ਡਬਲ ਮਿਹਨਤ ਤੋਂ ਇਲਾਵਾ ਇਸ ਦਾ ਦਾਣਾ ਬਿਲਕੁਲ ਖਰਾਬ ਹੋ ਜਾਵੇਗਾ। ਨਾਮ ਹੈ ਜੀ ਆਪਣਾ? ਭੀਮ ਸਿੰਘ ਜੀ। ਭੀਮ ਸਿੰਘ ਜੀ, ਇਹ ਜਿਹੜੀ ਅੱਜ ਬਾਰਿਸ਼ ਹੋਈ ਆ ਤੇ ਤੇਜ਼ ਹਵਾ ਚੱਲੀ, ਇਹਦੇ ਨਾਲ ਜਿਹੜੀਆਂ ਫਸਲਾਂ ਨੇ ਹੁਣ ਪੱਕੀਆਂ ਫਸਲਾਂ ਦੀ ਕਣਕ ਦੀਆਂ, ਇਹਨਾਂ ਨੂੰ ਕਿੰਨਾ ਕੁ ਨੁਕਸਾਨ ਹੈ? 80% ਨੁਕਸਾਨ ਆ ਜੀ। ਕੀ ਲੱਗ ਰਿਹਾ ਇਹ ਹੁਣ ਜਿਹੜਾ ਕੀ ਇਹਦਾ, ਜਿਵੇਂ ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ, ਹੋਰ ਕੀ? ਹਾਂ ਜੀ, ਕਟਾਈ ਨੂੰ ਵੀ ਦਿੱਕਤ ਆਊਗੀ ਜੀ, ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ ਜੀ। ਅੱਧੀ ਦਾ ਹੀ ਥੱਲੇ ਹੀ ਰਹਿ ਜਾਣੀ ਹੈ, ਧਰਤੀ ਨਾਲ ਲੱਗੀ ਹੋਈ ਹੈ ਜੀ, ਤੇ 15-20% ਖੜੀ ਹੈ ਜੀ। ਤੇ ਇਹਦਾ ਨੁਕਸਾਨ ਕਾਫੀ ਹੋਊਗਾ ਜੀ। ਦਰਖਤਾਂ ਦੇ ਟਾਹਣੇ ਵੀ ਤੋੜਦੇ ਜੀ, ਇਹ ਵੀ ਨੁਕਸਾਨ ਆ ਜੀ। ਠੀਕ ਹੈ। ਤੇ ਕੀ ਲੱਗ ਰਿਹਾ, ਇੱਕ ਤਾਂ ਸਰਕਾਰ ਕਿਸਾਨਾਂ ਦੇ ਬਾਤ ਪਈ ਵੀ ਆ, ਇੱਕ ਹੁਣ ਰੱਬ ਵੀ, ਕੀ ਲੱਗ ਰਿਹਾ ਤੁਹਾਨੂੰ? ਟਾਈਮ ਮਾੜਾ ਹੀ ਚੱਲ ਰਿਹਾ? ਟਾਈਮ ਤਾਂ ਮਾੜਾ ਹੈ ਜੀ, ਹੁਣ ਇਹ ਤਾਂ ਕਿਸਮਤ ਦੇ ਬਸ ਆ ਜੀ। ਇਹ ਤਾਂ ਉੱਪਰ ਵਾਲੇ ਦੇ ਬਸ ਆ ਜੀ। ਜੇ ਹੋਰ ਨਾ ਮੀਂਹ ਬਾਰਿਸ਼ ਪਈ ਜੀ, ਹਵਾ ਨਾ ਚੱਲੀ, ਫਿਰ ਤਾਂ ਠੀਕ ਹੈ, ਜਿਹੜੀਆਂ ਖੜੀਆਂ ਨੇ ਜੀ। ਜੇ ਹੋਰ ਹਵਾ ਚੱਲ ਗਈ ਜੀ, ਬਾਰਿਸ਼ ਹੋ ਗਈ, ਫਿਰ ਇਹ ਵੀ ਗਿਰ ਜਾਣਗੀਆਂ ਜੀ। ਫਿਰ ਤਾਂ ਕਿਸਾਨ ਦੇ ਪੱਲੇ ਕੁਝ ਨਹੀਂ ਜੀ। ਲਗਾਤਾਰ ਰਾਤ ਦੀ ਬਾਰਿਸ਼ ਹੋ ਰਹੀ ਆ, ਜਿਹੜੀ ਕਣਕ ਦੀ ਫਸਲ ਆ ਕਿੰਨਾ ਕੁ ਪ੍ਰਭਾਵਿਤ ਹੋ ਰਹੀ ਹੈ? ਦੇਖੋ ਜੀ, ਇੱਕ ਤਾਂ ਦਿੱਲੀ ਅਸੀਂ ਸੰਘਰਸ਼ ਲੜ ਰਹੇ ਹਾਂ ਕਿਸਾਨ, ਇੱਕ ਪਰਮਾਤਮਾ ਨੇ ਬਹੁਤ ਕਰੋਪੀ ਦਿਖਾਤੀ ਵੀ ਕਣਕ ਡਿੱਗ ਕੇ ਜੀ ਬਰਬਾਦ ਹੋ ਗਈ। ਹੁਣ ਇਹ ਤੋਂ ਘੱਟੋ ਘੱਟ ਜੀ 50% ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ। ਕਹਿੰਦਾ ਪਰਮਾਤਮਾ ਦੀ ਕਿਰਪਾ ਹੈ। ਹੁਣ ਦੇਖੋ ਪਰਮਾਤਮਾ ਵੀ ਉੱਪਰ ਤੰਗ ਕਰਦਾ ਤੇ ਸਰਕਾਰ ਤੰਗ ਕਰੀ ਜਾਂਦੀ। ਉਹ ਤੋਂ ਜੱਟ ਸੰਘਰਸ਼ ਤੇ ਬੈਠੇ ਨੇ, ਇੱਧਰੋਂ ਪਰਮਾਤਮਾ ਨੇ ਸਾਰੀ ਕਣਕ ਵਿਛਾਤੀ। ਕੋਈ ਜੱਟ ਦਾ ਹੱਲ ਨਹੀਂ ਜੀ। ਕਿੰਨਾ ਕੁ ਟਾਈਮ ਹੋ ਗਿਆ ਬਾਰਿਸ਼ ਪੈਂਦੀ? ਬਾਰਿਸ਼ ਜੀ ਰਾਤ ਸ਼ੁਰੂ ਹੋਈ ਤੇ 10-11 ਵਜੇ ਬਾਰਿਸ਼ ਪੈ ਗਈ ਜੀ। ਹਜੇ ਫੇਰ ਉੱਪਰ ਜਾ ਖੜਾ ਹੈ, ਫੇਰ ਪੈ ਰਿਹਾ ਜੀ। ਕੋਈ ਪਤਾ ਨਹੀਂ, ਇਹ ਤੋਂ ਵੱਧ ਵੀ ਨੁਕਸਾਨ ਹੋ ਜੇ, ਗੜੇਮਾਰੀ ਹੋ ਜੇ, ਕੋਈ ਹੋਰ ਹੋ ਜੇ। ਜਿਹੜੀ ਬਿਲਕੁਲ ਧਰਤੀ ਦੇ ਨਾਲੇ ਵਿਛ ਗਈ, ਇਹਦਾ ਕੀ ਨੁਕਸਾਨ ਆ? ਇਹਦਾ 50% ਨੁਕਸਾਨ ਹੋ ਗਿਆ ਜੀ। ਕਾਲਾ ਹੋ ਜੂ ਦਾਣਾ? ਕਾਲਾ ਹੋ ਜੂ ਜੀ ਦਾਣਾ, ਇਹ ਬਾਕੀ ਹੋ ਜੂ। ਇਹਦੇ ਮਿਹਨਤ ਮਨਜ਼ੂਰੀ ਵੱਧ ਜਾਣੀ ਹੈ ਜੀ ਬਹੁਤ। ਜੇ ਲੇਬਰ ਤੋਂ ਵਧਾਵਾਂਗੇ ਤਾਂ ਵੀ ਮਨਜ਼ੂਰੀ ਵੱਧਦਾ, ਜੇ ਕਪੈਨ ਕੱਟੂ ਤਾਂ ਵੀ ਮਜ਼ਦੂਰੀ ਵੱਧਦਾ ਜੀ। ਬਾਕੀ ਸਾਰਾ ਤੂੜੀ ਤੱਲਾ ਹੋਰ ਇਹਦਾ ਸਾਰਾ ਨੁਕਸਾਨ ਹੈ ਜੀ। ਇਹਦਾ ਸਾਨੂੰ ਕੋਈ ਇਹ 'ਚੋਂ ਕੋਈ ਉਹ ਨਹੀਂ ਹੈਗਾ। ਜਿਵੇਂ ਮੌਸਮ ਕਾਫੀ ਖਰਾਬ ਆ ਗਿਆ, ਜੇ ਦੁਬਾਰੇ ਪੈਣ ਲੱਗੇ ਫਿਰ ਹੋਰ ਜ਼ਿਆਦਾ ਇਹ ਹੋਰ ਹਾਂ ਜੀ 20-25% ਫਿਰ ਜਮ ਹੋ ਜੂ ਨੁਕਸਾਨ ਜੀ। ਫਿਰ ਤਾਂ 25% ਬਚੂ ਇਹ 'ਚੋਂ, ਜਿਹੜੀ ਉੱਪਰ ਬੱਲੀ ਮਾੜੀ ਮੋਟੀ ਮੁੜ ਕੇ ਖੜੀ ਹੈ ਉਹੀ ਬਚੂ। ਬਾਕੀ ਇਹ ਸਾਰਾ ਖਰਾਬ ਹੋ ਜਾਣਾ ਜੀ ਨਾਜ। ਦੇਖੋ ਜੀ, ਇੱਕ ਤਾਂ ਦਿੱਲੀ ਅਸੀਂ ਸੰਘਰਸ਼ ਲੜ ਰਹੇ ਹਾਂ ਕਿਸਾਨ, ਇੱਕ ਪਰਮਾਤਮਾ ਨੇ ਬਹੁਤ ਕਰੋਪੀ ਦਿਖਾਤੀ। ਪਰਮਾਤਮਾ ਵੀ ਉੱਪਰ ਤੰਗ ਕਰਦਾ ਤੇ ਸਰਕਾਰ ਤੰਗ ਕਰੀ ਜਾਂਦੀ। ਉਹ ਤੋਂ ਜੱਟ ਸੰਘਰਸ਼ ਤੇ ਬੈਠੇ ਨੇ, ਇੱਧਰੋਂ ਪਰਮਾਤਮਾ ਨੇ ਸਾਰੀ ਕਣਕ ਵਿਛਾਤੀ। ਕੋਈ ਜੱਟ ਦਾ ਹੱਲ ਨਹੀਂ ਜੀ।
ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਗੱਲਬਾਤ ਕਰਾਂਗੇ ਬਦਲਦੇ ਮੌਸਮ ਦੇ ਬਾਰੇ। ਮੌਸਮ ਇੱਕੋਦਮ ਬਦਲ ਗਿਆ, ਜਿਸ ਦੇ ਕਾਰਨ ਕਿਸਾਨਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਦੇ ਵਿੱਚ ਵਾਧਾ ਜ਼ਰੂਰ ਹੋ ਗਿਆ। ਉੱਥੇ ਹੀ ਮੌਸਮ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ, ਅਪਡੇਟ ਦੇ ਦਿੰਦੇ ਆ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਜਿਹੜਾ ਮੌਸਮ ਦਾ ਮਿਜਾਜ਼ ਹੈ ਉਹ ਬਦਲਿਆ ਹੋਇਆ ਹੈ। ਹਿਮਾਚਲ ਦੇ ਜਿਹੜੇ ਹੇਠਲੇ ਇਲਾਕੇ ਨੇ ਉੱਥੇ ਬਾਰਿਸ਼ ਹੋ ਰਹੀ ਹੈ ਤੇ ਉੱਪਰਲੇ ਇਲਾਕਿਆਂ ਦੇ ਵਿੱਚ ਜਿਹੜੀ ਉਹ ਬਰਫ਼ਬਾਰੀ ਹੋ ਰਹੀ ਹੈ। ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀ ਜਾਵੇ ਤਾਂ ਉੱਥੇ ਗੜੇਮਾਰੀ ਹੋਈ ਹੈ ਤੇ ਜੇਕਰ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਕੱਲ ਤੋਂ ਹੀ ਜਿਹੜੀ ਹੈ ਬੂੰਦਾਬਾਂਦੀ ਹੋ ਰਹੀ ਹੈ ਤੇ ਅੱਜ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਵੀ ਡਿੱਗ ਗਈ ਹੈ। ਕਿਸਾਨਾਂ ਦੀ ਫਸਲ ਖੇਤਾਂ ਦੇ ਵਿੱਚ ਵਿਛ ਗਈ ਹੈ, ਜਿਸ ਦੇ ਕਾਰਨ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਦੇ ਵਿੱਚ ਕਾਫੀ ਵਾਧਾ ਹੋ ਗਿਆ ਹੈ। ਉੱਥੇ ਜੇਕਰ ਨਾਭਾ ਦੀ ਗੱਲ ਕਰੀ ਜਾਵੇ ਤਾਂ ਨਾਭਾ ਵਿਖੇ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਤੇ ਹਨੇਰੀ ਨੇ ਕਣਕ ਦੀ ਫਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ ਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਉਹ ਕਿਵੇਂ ਵੱਢਣਗੇ, ਕਿਉਂਕਿ ਜੋ ਕਣਕ ਧਰਤੀ ਤੇ ਡਿੱਗ ਗਈ ਹੈ ਉਹ ਬਿਲਕੁਲ ਖਰਾਬ ਹੋ ਜਾਵੇਗੀ। ਉੱਥੇ ਇਸ ਬਾਰੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਕ ਪਾਸੇ ਅਸੀਂ ਦਿੱਲੀ ਧਰਨਾ ਲਗਾਈ ਬੈਠੇ ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਤੇ ਦੂਸਰੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ-ਨਹਿਸ ਹੋ ਗਈ ਹੈ, ਕਿਉਂਕਿ ਤੇਜ਼ ਹਨੇਰੀ ਦੇ ਨਾਲ ਜਿਹੜੀ ਕਣਕ ਧਰਤੀ ਤੇ ਡਿੱਗ ਪਈ ਹੈ ਇਹ ਬਿਲਕੁਲ ਖਰਾਬ ਹੋ ਜਾਵੇਗੀ, ਕਿਉਂਕਿ ਇਸ ਤੇ ਡਬਲ ਮਿਹਨਤ ਤੋਂ ਇਲਾਵਾ ਇਸ ਦਾ ਦਾਣਾ ਬਿਲਕੁਲ ਖਰਾਬ ਹੋ ਜਾਵੇਗਾ। ਨਾਮ ਹੈ ਜੀ ਆਪਣਾ? ਭੀਮ ਸਿੰਘ ਜੀ। ਭੀਮ ਸਿੰਘ ਜੀ, ਇਹ ਜਿਹੜੀ ਅੱਜ ਬਾਰਿਸ਼ ਹੋਈ ਆ ਤੇ ਤੇਜ਼ ਹਵਾ ਚੱਲੀ, ਇਹਦੇ ਨਾਲ ਜਿਹੜੀਆਂ ਫਸਲਾਂ ਨੇ ਹੁਣ ਪੱਕੀਆਂ ਫਸਲਾਂ ਦੀ ਕਣਕ ਦੀਆਂ, ਇਹਨਾਂ ਨੂੰ ਕਿੰਨਾ ਕੁ ਨੁਕਸਾਨ ਹੈ? 80% ਨੁਕਸਾਨ ਆ ਜੀ। ਕੀ ਲੱਗ ਰਿਹਾ ਇਹ ਹੁਣ ਜਿਹੜਾ ਕੀ ਇਹਦਾ, ਜਿਵੇਂ ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ, ਹੋਰ ਕੀ? ਹਾਂ ਜੀ, ਕਟਾਈ ਨੂੰ ਵੀ ਦਿੱਕਤ ਆਊਗੀ ਜੀ, ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ ਜੀ। ਜੀ ਅੱਧੀ ਤਾਂ ਜੀ ਥੱਲੇ ਹੀ ਰਹਿ ਜਾਣੀ ਹੈ, ਧਰਤੀ ਨਾਲ ਲੱਗੀ ਹੋਈ ਹੈ ਜੀ। ਤੇ 15-20% ਖੜੀ ਹੈ ਜੀ। ਤੇ ਇਹਦਾ ਨੁਕਸਾਨ ਕਾਫੀ ਹੋਊਗਾ ਜੀ। ਦਰਖਤਾਂ ਦੇ ਟਾਣੇ ਵੀ ਤੋੜਦੇ ਜੀ, ਇਹ ਵੀ ਨੁਕਸਾਨ ਹੈ ਜੀ। ਠੀਕ ਹੈ। ਹਾਂ ਜੀ। ਤੇ ਕੀ ਲੱਗ ਰਿਹਾ, ਇੱਕ ਤਾਂ ਸਰਕਾਰ ਕਿਸਾਨਾਂ ਦੇ ਬਾਤ ਪਈ ਵੀ ਆ, ਹਾਂ ਇੱਕ ਜੀ। ਹੁਣ ਰੱਬ ਵੀ, ਕੀ ਲੱਗ ਰਿਹਾ ਤੁਹਾਨੂੰ? ਟਾਈਮ ਮਾੜਾ ਹੀ ਚੱਲ ਰਿਹਾ? ਟਾਈਮ ਤਾਂ ਮਾੜਾ ਹੈ ਜੀ, ਹੁਣ ਇਹ ਤਾਂ ਕਿਸਮਤ ਦੇ ਬਸ ਆ ਜੀ। ਹੂੰ ਇਹ ਤਾਂ ਉੱਪਰ ਵਾਲੇ ਦੇ ਬਸ ਆ ਜੀ। ਜੇ ਹੋਰ ਨਾ ਮੀਂਹ ਬਾਰਿਸ਼ ਪਈ ਜੀ, ਹਵਾ ਨਾ ਚੱਲੀ ਫਿਰ ਤਾਂ ਠੀਕ ਹੈ, ਜਿਹੜੀਆਂ ਖੜੀਆਂ ਨੇ ਜੀ। ਜੇ ਹੋਰ ਹਵਾ ਚੱਲ ਗਈ ਜੀ, ਬਾਰਿਸ਼ ਹੋ ਗਈ, ਫਿਰ ਇਹ ਵੀ ਗਿਰ ਜਾਣਗੀਆਂ ਜੀ। ਫਿਰ ਤਾਂ ਕਿਸਾਨ ਦੇ ਪੱਲੇ ਕੁਝ ਨਹੀਂ ਜੀ। ਲਗਾਤਾਰ ਰਾਤ ਦੀ ਬਾਰਿਸ਼ ਹੋ ਰਹੀ ਆ, ਜਿਹੜੀ ਕਣਕ ਦੀ ਫਸਲ ਆ ਕਿੰਨਾ ਕੁ ਪ੍ਰਭਾਵਿਤ ਹੋ ਰਹੀ ਹੈ? ਦੇਖੋ ਜੀ, ਇੱਕ ਤਾਂ ਦਿੱਲੀ ਅਸੀਂ ਸੰਘਰਸ਼ ਲੜ ਰਹੇ ਹਾਂ ਕਿਸਾਨ, ਇੱਕ ਪ੍ਰਮਾਤਮਾ ਨੇ ਬਹੁਤ ਕਰੋਪੀ ਦਿਖਾਤੀ ਵੀ ਕਣਕ ਡਿੱਗ ਕੇ ਜੀ ਬਰਬਾਦ ਹੋ ਗਈ। ਹੁਣ ਇਹ ਤੋਂ ਘੱਟੋ ਘੱਟ ਜੀ 50% ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ। ਕਹਿੰਦਾ ਪ੍ਰਮਾਤਮਾ ਦੀ ਕਿਰਪਾ ਹੈ। ਹੁਣ ਦੇਖੋ ਪ੍ਰਮਾਤਮਾ ਵੀ ਉੱਪਰ ਤੰਗ ਕਰਦਾ ਤੇ ਸਰਕਾਰ ਤੰਗ ਕਰੀ ਜਾਂਦੀ, ਉਹ ਤੋਂ ਜੱਟ ਸੰਘਰਸ਼ 'ਤੇ ਬੈਠੇ ਨੇ, ਇੱਧਰੋਂ ਪ੍ਰਮਾਤਮਾ ਨੇ ਸਾਰੀ ਕਣਕ ਵਿਛਾਤੀ। ਕੋਈ ਜੱਟ ਦਾ ਹੱਲ ਨਹੀਂ ਜੀ। ਕਿੰਨਾ ਕੁ ਟਾਈਮ ਹੋ ਗਿਆ ਬਾਰਿਸ਼ ਪੈਂਦੀ? ਬਾਰਿਸ਼ ਜੀ ਰਾਤ ਸ਼ੁਰੂ ਹੋਈ ਤੇ 10-11 ਵਜੇ ਬਾਰਿਸ਼ ਪੈ ਗਈ ਜੀ। ਹਜੇ ਫੇਰ ਉੱਪਰ ਜਾ ਖੜਾ ਹੈ, ਫੇਰ ਪੈ ਰਿਹਾ ਜੀ। ਕੋਈ ਪਤਾ ਨਹੀਂ, ਇਹ ਤੋਂ ਵੱਧ ਵੀ ਨੁਕਸਾਨ ਹੋ ਜੇ, ਗੜੇਮਾਰੀ ਹੋ ਜੇ, ਕੋਈ ਹੋਰ ਹੋ ਜੇ। ਜਿਹੜੀ ਬਿਲਕੁਲ ਧਰਤੀ ਦੇ ਨਾਲੇ ਵਿਛ ਗਈ, ਇਹਦਾ ਕੀ ਨੁਕਸਾਨ ਆ? ਇਹਦਾ 50% ਨੁਕਸਾਨ ਹੋ ਗਿਆ ਜੀ। ਕਾਲਾ ਹੋ ਜੂ ਦਾਣਾ? ਕਾਲਾ ਹੋ ਜੂ ਜੀ ਦਾਣਾ, ਇਹ ਬਾਕੀ ਹੋ ਜੂ। ਇਹਦੇ ਮਿਹਨਤ ਮਜ਼ਦੂਰੀ ਵੱਧ ਜਾਣੀ ਹੈ ਜੀ ਬਹੁਤ। ਜੇ ਲੇਬਰ ਤੋਂ ਵਧਾਵਾਂਗੇ ਤਾਂ ਵੀ ਮਜ਼ਦੂਰੀ ਵੱਧਦਾ, ਜੇ ਕਪੈਨ ਕੱਟੂ ਤਾਂ ਵੀ ਮਜ਼ਦੂਰੀ ਵੱਧਦਾ ਜੀ। ਬਾਕੀ ਸਾਰਾ ਤੂੜੀ ਤੱਲਾ ਹੋਰ ਇਹਦਾ ਸਾਰਾ ਨੁਕਸਾਨ ਹੈ ਜੀ। ਇਹਦਾ ਸਾਨੂੰ ਕੋਈ ਇਹ 'ਚੋਂ ਕੋਈ ਉਹ ਨਹੀਂ ਹੈਗਾ। ਜਿਵੇਂ ਮੌਸਮ ਕਾਫੀ ਖਰਾਬ ਆ ਗਿਆ, ਜੇ ਦੁਬਾਰੇ ਪੈਣ ਲੱਗ ਗਿਆ ਫਿਰ ਹੋਰ ਜ਼ਿਆਦਾ ਇਹ ਹੋਰ ਹਾਂ ਜੀ 20-25% ਫਿਰ ਜਮ ਹੋ ਜੂ ਨੁਕਸਾਨ ਜੀ। ਫਿਰ ਤਾਂ 25% ਬਚੂ ਇਹ 'ਚੋਂ, ਜਿਹੜੀ ਉੱਪਰ ਬੱਲੀ ਮਾੜੀ ਮੋਟੀ ਮੁੜ ਕੇ ਖੜੀ ਹੈ ਉਹੀ ਬਚੂ, ਬਾਕੀ ਇਹ ਸਾਰਾ ਖਰਾਬ ਹੋ ਜਾਣਾ ਜੀ ਨਾਜ।